ਵਾਹਿਗੁਰੂ ਸਾਹਿਬ ਜੀਓ। ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਕਿਉਂ ਕਰ ਬਾਧਾ ਸਰਪਨ ਖਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਓ। ਚੱਲ ਰਹੀ ਲੜੀਵਾਰ ਕਥਾ 939 ਅੰਗ ਤੇ ਸਿੱਧ ਗੋਸ਼ਟ ਬਾਣੀ ਜੋ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਿੱਧਾਂ ਦੇ ਨਾਲ ਗੋਸ਼ਟ ਅਚਲ ਬਟਾਲੇ ਵਿਖੇ ਕੀਤੀ ਹੈ। 13 ਪੌੜੀਆਂ ਜਿਸ ਦੀਆਂ ਸ਼ਰਵਣ ਕਰ ਚੁੱਕੇ ਹਾਂ। ਅੱਗੇ 14ਵੀਂ ਪੌੜੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਸਿੱਧ ਸਭਾ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਪ੍ਰਸ਼ਨ ਕੀਤੇ ਹਨ ਬੇਨਤੀ ਰੂਪ ਦੇ ਵਿੱਚ ਕਿ ਹੇ ਸਤਿਗੁਰੂ ਮਹਾਰਾਜ ਦੱਸੋ ਜੀ, ਕਿਉਂ ਕਰ ਬਾਧਾ ਸਰਪਨ ਖਾਧਾ। ਇਹ ਜੀਵ ਕਿਸ ਤਰ੍ਹਾਂ ਮੋਹ ਵਿੱਚ ਬੰਨਿਆ ਗਿਆ, ਕਿਉਂ ਕਰ ਬਾਧਾ ਬੰਨਿਆ ਗਿਆ ਮੋਹ ਦੇ ਵਿੱਚ, ਤੇ ਕਿਸ ਤਰ੍ਹਾਂ ਇਸ ਨੂੰ ਸਰਪਨ ਖਾਧਾ ਭਾਵ ਮਾਇਆ ਰੂਪੀ ਸਪਣੀ ਨੇ ਇਹਨੂੰ ਕਿਵੇਂ ਖਾ ਲਿਆ। ਇਹ ਕਿਰਪਾ ਕਰਕੇ ਦੱਸੋ। ਕਿਉਂ ਕਰ ਖੋਇਆ ਕਿਉਂ ਕਰ ਲਾਧਾ। ਜੀਵ ਨੇ ਮਨੁੱਖਾ ਜਨਮ ਕਿਸ ਤਰ੍ਹਾਂ ਵਿਅਰਥ ਗਵਾ ਲਿਆ ਅਤੇ ਫਿਰ ਇਹ ਜਨਮ ਇਸ ਨੂੰ ਕਿਵੇਂ ਪ੍ਰਾਪਤ ਹੋਇਆ ਹੈ। ਇਹ ਕਿਰਪਾ ਕਰਕੇ ਦੱਸੋ। ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ। ਇਹ ਜੀਵ ਕਿਸ ਤਰ੍ਹਾਂ ਹਉਮੈ ਦੀ ਮੈਲ ਤੋਂ ਰਹਿਤ ਹੋ ਸਕਦਾ ਹੈ ਅਤੇ ਕਿਵੇਂ ਅਗਿਆਨਤਾ ਵਿੱਚ ਰਹਿੰਦਾ ਹੈ। ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਇਸ ਅਸਲੀਅਤ ਨੂੰ ਜੋ ਵਿਚਾਰਦਾ ਹੈ ਨਾ, ਉਹ ਜਾਣੋ ਕਿ ਸਾਡਾ ਗੁਰੂ ਹੈ, ਭਾਵ ਉਸ ਨੂੰ ਸਾਡੀ ਨਮਸਕਾਰ ਹੈ। ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ, ਸਤਿਗੁਰੂ ਮੰਨਾਂਗੇ, ਜਿਹੜਾ ਇਹਨਾਂ ਪ੍ਰਸ਼ਨਾਂ ਦਾ ਉੱਤਰ ਦੇ ਦੇਵੇਗਾ। ਅਸਲ ਵਿੱਚ ਸਿੱਧ ਇਹ ਚਾਹੁੰਦੇ ਸੀ ਕਿ ਸਤਿਗੁਰੂ ਜੀ ਤੋਂ ਇਹ ਜਵਾਬ ਦਿੱਤੇ ਨਹੀਂ ਜਾਣੇ ਤੇ ਅਸੀਂ ਇਹਨਾਂ ਨੂੰ ਫੇਰ ਹਰਾ ਦੇਵਾਂਗੇ, ਆਪਣੇ ਨਾਲ ਰਲਾ ਲਵਾਂਗੇ। ਪਰ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਉਹ ਨਹੀਂ ਸਨ ਜਾਣਦੇ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ। ਇਹ ਬਹੁਤਿਆਂ ਨੂੰ ਹੁਣ ਵੀ ਭੁਲੇਖਾ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਗੁਰਬਾਣੀ ਨੂੰ ਲਿਆਉਣ ਵਾਲੇ ਪੈਗੰਬਰ ਸਨ, ਪਰ ਇਹ ਭੁਲੇਖਾ ਸਾਨੂੰ ਦੂਰ ਕਰ ਦੇਣਾ ਚਾਹੀਦਾ ਹੈ ਤੇ ਆਪਣੀਆਂ ਜਿਹੜੀਆਂ ਸਿਆਣਪਾਂ ਚਤੁਰਾਈਆਂ ਨੇ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਜੀ ਆਪ ਹਨ ਨਿਰੰਕਾਰ। ਪਰ ਇਹ ਵਿਸ਼ਵਾਸ ਵੀ ਕਿਸੇ ਕਿਸੇ ਨੂੰ ਆਉਂਦਾ ਹੈ ਜਿਨ੍ਹਾਂ ਦੇ ਬਹੁਤ ਉੱਚ ਭਾਗ ਹੁੰਦੇ ਨੇ। ਚੰਗੇ ਭਾਗਾਂ ਵਾਲੇ ਹੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵਿਸ਼ਵਾਸ ਕਰਦੇ ਨੇ ਇਤਨਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਹੁਣ ਸਤਿਗੁਰੂ ਨਾਨਕ ਦੇਵ ਜੀ ਪਵਿੱਤਰ ਜਵਾਬ ਦੇ ਰਹੇ ਨੇ। ਮੁਖਾਰਬਿੰਦ ਵਿੱਚੋਂ ਸੋਹਣੇ ਬਚਨ ਉਚਾਰਨ ਕਰਦੇ ਨੇ। ਦੁਰਮਤ ਬਾਧਾ ਸਰਪਨ ਖਾਧਾ। ਹੁਣ ਗੁਰਦੇਵ ਪਿਤਾ ਜੀ ਦੱਸਦੇ ਨੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਕਿ ਖੋਟੀ ਮੱਤ ਨੇ ਜੀਵ ਨੂੰ ਬੰਨ੍ਹ ਲਿਆ ਹੈ। ਅਸਲ ਵਿੱਚ ਖੋਟੀ ਮੱਤ, ਜੇ ਆਪਾਂ ਕਹੀਏ ਕਿ ਫਲਾਨਾ ਤੈਨੂੰ ਖੋਟੀ ਮੱਤ ਹੈ, ਉਹ ਕਹਿੰਦਾ ਨਹੀਂ ਬਈ ਮੇਰੀ ਤਾਂ ਮੱਤ ਬੜੀ ਉੱਚੀ ਹੈ। ਜਿਵੇਂ ਹਰਨਾਕਸ਼ ਨੂੰ ਤੇ ਰਾਵਣ ਨੂੰ, ਕੰਸ ਨੂੰ, ਇਹਨਾਂ ਨੂੰ, ਨਰੰਗੇ ਨੂੰ, ਇਹਨਾਂ ਸਾਰਿਆਂ ਨੂੰ ਸਮਝਾਇਆ ਵੀ ਤੂੰ ਖੋਟੀ ਮੱਤ ਤੁਹਾਡੇ ਉਹ ਕਿੱਥੇ ਮੰਨਣ ਚਾਹੁੰਦੇ ਸੀ। ਜਾਂ ਹੁਣ ਵੀ ਕਿਸੇ ਜੀਵ ਦੇ ਵਿੱਚ ਜੇ ਖੋਟੀ ਮੱਤ ਕੰਮ ਕਰਦੀ ਹੈ, ਉਹ ਕਦੋਂ ਕਹੇਗਾ ਕਿ ਮੇਰੇ ਅੰਦਰ ਖੋਟੀ ਮੱਤ ਹੈ।
ਪਰ ਸਤਿਗੁਰੂ ਕਹਿੰਦੇ ਨੇ ਇਹੀ ਮਾਇਆ ਦੀ ਇੱਕ ਕਲਾ ਹੈ ਕਿ ਇਨਸਾਨ ਦੇ ਅੰਦਰ ਖੋਟੀ ਬੁੱਧੀ ਦੁਰਮਤ ਨੂੰ ਪਾ ਕੇ ਤੇ ਉਹਨੂੰ ਇਹ ਜਨਾਉਣਾ ਕਿ ਮੈਂ ਸਿਆਣਾ ਹਾਂ। ਹੁਣ ਗੁਰਦੇਵ ਜੀ ਕਹਿੰਦੇ ਨੇ ਕਿ ਖੋਟੀ ਮੱਤ ਨੇ ਜੀਵ ਨੂੰ ਬੰਨ੍ਹ ਲਿਆ ਅਤੇ ਮਾਇਆ ਨੇ ਇਹਨੂੰ ਖਾ ਲਿਆ। ਮਾਇਆ ਮਮਤਾ ਮੋਹਣੀ। ਸਤਿਗੁਰੂ ਮਹਾਰਾਜ ਨੇ ਕੀ ਫਰਮਾਇਆ? ਮਾਇਆ ਮਮਤਾ ਮੋਹਣੀ। ਕਿਵੇਂ ਖਾਧਾ ਜੱਗ ਨੂੰ, ਸੰਸਾਰ ਨੂੰ ਕਿਵੇਂ ਖਾਧਾ ਇਸ ਮਾਇਆ ਨੇ? ਬਿਨਾਂ ਦੰਦਾਂ ਤੋਂ ਹੀ। ਮਾਇਆ ਇੱਕ ਨਾਮ ਹੈ, ਮਮਤਾ ਇਹਦੀ ਦੂਸਰੀ ਕਿਰਿਆ ਹੋ ਗਈ। ਮੋਹ ਲੈਣ ਵਾਲੀ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਫਰਮਾਇਆ, ਭਾਈ ਇਹ ਮਾਇਆ ਜੀਵ ਨੂੰ ਖਾ ਜਾਂਦੀ ਹੈ। ਤਾਂ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਮਨਮੁਖ ਖੋਇਆ ਗੁਰਮੁਖ ਲਾਦਾ। ਮਨਮੁਖ ਬਣਨ ਕਰਕੇ ਇਸਨੇ ਜਨਮ ਗਵਾ ਲਿਆ ਹੈ ਅਤੇ ਗੁਰਮੁਖ ਬਣ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਲਿਆ ਹੈ। ਹੁਣ ਇਹ ਮਹਾਰਾਜ ਜੀ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਦਾ ਜਵਾਬ ਦਿੰਦੇ ਆ। ਕਹਿੰਦੇ ਨੇ ਜਿਹੜਾ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ ਹੈ ਨਾ, ਇਹ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਉਹਦਾ ਜਵਾਬ ਦਿੰਦੇ ਆ। ਕਹਿੰਦੇ ਨੇ ਸਤਿਗੁਰ ਮਿਲੈ ਅੰਧੇਰਾ ਜਾਏ। ਜੇ ਸਤਿਗੁਰੂ ਜੀ ਮਿਲ ਜਾਣ ਤਾਂ ਇਹ ਜੀਵ ਦੇ ਅੰਤਰੀਵ ਹਨੇਰੇ ਨੂੰ ਸਤਿਗੁਰੂ ਦੂਰ ਕਰਦੇ ਨੇ। ਜਿਸ ਪ੍ਰਕਾਰ ਆਸਾ ਦੀ ਵਾਰ ਜਾਂ ਆਸਾ ਕੀ ਵਾਰ ਪੁਰਾਣੀ ਬੋਲੀ ਹੈ, ਟੁੰਡੇ ਅਸਰਾਜੇ ਕੀ ਧੁਨੀ ਤੋਂ ਹੀ ਲਿਆ ਆਸਾ ਕੀ ਵਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਪ੍ਰਕਾਰ ਇਹ ਜੀਵ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਨਾ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਜੀ ਤੋਂ ਬਿਨਾਂ ਮਨ ਦੇ ਅੰਦਰ ਘੋਰ ਗੁਬਾਰ ਘੁੱਪ ਗਾੜਾ ਹਨੇਰਾ ਛਾ ਜਾਂਦਾ ਹੈ। ਜਿਵੇਂ ਆਪਾਂ ਕਿਸੇ ਬੀਆਬਾਨ ਉਜਾੜ ਜੰਗਲ ਵਿੱਚ ਚਲੇ ਜਾਈਏ, ਜਿੱਥੇ ਘਣੇ ਜੰਗਲ ਹੋਣ, ਦਰਖਤ ਵੱਡੇ ਵੱਡੇ ਆਪਸ ਵਿੱਚ ਉੱਪਰੋਂ ਜੁੜੇ ਹੋਣ ਤੇ ਥੱਲੇ ਮੱਸਿਆ ਦੀ ਰਾਤ ਹੋਵੇ, ਉਹਨੂੰ ਕਹਿੰਦੇ ਘੁੱਪ ਗਾੜਾ ਹਨੇਰਾ। ਜਾਂ ਬੇਸਮੈਂਟ ਦੇ ਵਿੱਚ ਥੱਲੇ ਚਲੇ ਜਾਈਏ, ਚਾਰੇ ਪਾਸਿਓਂ ਰਾਤ ਹੋਣ ਕਰਕੇ ਹੱਥ ਪਸਾਰਿਆ ਵੀ ਨਜ਼ਰ ਨਾ ਆਵੇ, ਇੰਨਾ ਹੀ ਹਨੇਰਾ ਸਾਡੇ ਮਨਾਂ ਦੇ ਅੰਦਰ ਛਾਇਆ ਹੋਇਆ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਮਿਲੈ ਅੰਧੇਰਾ ਜਾਏ। ਅਗਿਆਨਤਾ ਦਾ ਹਨੇਰਾ ਤਾਂ ਜਾਂਦਾ ਜੇ ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਜੋ ਕਰਦਾ ਹੈ ਪ੍ਰਕਾਸ਼, ਉਹਦਾ ਨਾਮ ਹੈ ਸਤਿਗੁਰ। ਨਾਨਕ ਹਉਮੈ ਮੇਟ ਸਮਾਏ। ਜੇ ਸਤਿਗੁਰੂ ਮਿਲ ਪਵੇ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਜੀਵ ਆਪਣੀ ਹਉਮੈ ਦੂਰ ਕਰਕੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਇਹ ਅਸਲ ਵਿੱਚ ਹਉਮੈ ਕਰਕੇ ਹੀ ਸਾਨੂੰ ਹਨੇਰਾ ਛਾ ਜਾਂਦਾ ਹੈ, ਕਿਉਂਕਿ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਸਤਿਗੁਰੂ ਨੇ ਫਰਮਾਇਆ ਕਿ ਸਾਰਾ ਕੁਝ ਹਉਮੈ ਹੈ। ਮਾਇਆ ਮਮਤਾ ਮੋਹਣੀ। ਇਹ ਮਾਇਆ ਦੇ ਵਿੱਚ ਮਮਤਾ ਪੈਦਾ ਹੋ ਜਾਣੀ, ਮੋਹ ਲੈਣ ਵਾਲੀ ਮਾਇਆ ਹਉਮੈ। ਸਤਿਗੁਰੂ ਕਹਿੰਦੇ ਹਉਮੈ ਐਸੀ ਚੀਜ਼ ਹੈ ਕਿ ਇਹ ਜੀਵ ਨੂੰ ਐਸੀ ਚਿੰਬੜ ਜਾਂਦੀ ਹੈ ਕਿ ਜਿਉਂ ਹੀ ਦੁਨੀਆ 'ਚ ਜਨਮ ਲਿਆ ਹਉ ਪੈਦਾ ਹੋ ਗਈ। ਇਹ ਮਾਇਆ ਦੀ ਇੱਕ ਅਣਦਿਖ ਸ਼ਕਤੀ ਹੈ ਜਿਹੜੀ ਇਨਸਾਨ ਨੂੰ ਨਜ਼ਰ ਨਹੀਂ ਆਉਂਦੀ, ਪਰ ਹਉਮੈ ਵਿੱਚ ਲੈ ਜਾਂਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਏ। ਸਿਮਰਨ ਕਰਨ ਨਾਲ ਹਉਮੈ ਦੀ ਨਿਵਰਤੀ ਹੁੰਦੀ ਹੈ। ਬਾਣੀ ਪੜ੍ਹਨ ਨਾਲ, ਜੋੜੇ ਝਾੜ ਨਾਲ, ਸੰਗਤ ਦੇ ਬਰਤਨ ਮਾਂਜਣ ਨਾਲ, ਲੰਗਰ ਵਿੱਚ ਸੇਵਾ ਕਰਨ ਨਾਲ ਹਉਮੈ ਦੀ ਨਿਵਰਤੀ ਹੁੰਦੀ ਹੈ। ਤਾਂ ਸਤਿਗੁਰੂ ਕਹਿੰਦੇ ਹਉਮੈ ਨੂੰ ਦੂਰ ਕਰਨਾ ਹੈ, ਕਿਉਂਕਿ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਸਾਰਿਆਂ ਨੂੰ ਹੀ ਖਾ ਜਾਂਦੀ ਹੈ। ਨਿਮਾਣਾ ਤੇ ਨਿਤਾਣਾ ਜਿਹਾ ਜਗਿਆਸੂ ਕੀ ਚੀਜ਼ ਹੈ, ਜਦੋਂ ਕਿ ਮਾਇਆ ਨੇ ਇੰਨੇ ਵੱਡੇ ਵੱਡੇ ਦੇਵਤਿਆਂ ਨੂੰ ਖਾ ਲਿਆ। ਜੀਵ ਜਦੋਂ ਜੰਮਿਆ, ਪਰਿਵਾਰ ਵਿੱਚ ਖੁਸ਼ੀਆਂ ਦੇ ਸ਼ਾਦਿਆਨੇ ਵੱਜੇ, ਪਰ ਸੰਸਾਰ ਦੀ ਹਵਾ ਲੱਗਦੇ ਹੀ ਜੀਵ ਦੀ ਸੁਰਤ ਜਿਹੜੀ ਵਾਹਿਗੁਰੂ ਨਾਲੋਂ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ ਹੈ। ਕਿਉਂਕਿ ਆਪਣੇ ਵੀ ਆਮ ਰਿਵਾਜ ਹੈ, ਦੇਖਿਆ ਹੋਣਾ ਤੁਸੀਂ, ਜਦੋਂ ਬੱਚਾ ਜਨਮ ਲੈਂਦਾ, ਜੰਮਦਿਆਂ ਸਾਰ ਸਭ ਤੋਂ ਪਹਿਲਾਂ ਦਾਦੀ ਨਾਨੀ ਖੁਸ਼ ਹੁੰਦੀਆਂ ਨੇ
ਸਾਡੇ ਘਰ ਲੜਕਾ ਲੜਕੀ ਆਏ, ਕੁਛ ਵੀ ਆਇਆ, ਉਹਨਾਂ ਨੇ ਠਾ ਆਪਣਾ ਪਰਸ ਵਿੱਚੋਂ ਨੋਟ ਕੱਢਿਆ ਵੱਡਾ ਸਾਰਾ, ਪੁੱਤ ਦੇ ਹੱਥ 'ਚ ਥਮਾਤਾ, ਲੈ ਪੁੱਤ। ਮਾਇਆ। ਮਾਲਾ ਵੀ ਦੇ ਸਕਦੇ ਸੀ, ਵਾਹਿਗੁਰੂ ਵਾਹਿਗੁਰੂ ਵੀ ਸੁਣਾ ਸਕਦੇ ਸੀ ਕਿ ਮੇਰੇ ਪੋਤਰੇ ਨੂੰ, ਦੋਤਰੇ ਨੂੰ ਜਾਂ ਮੇਰੇ ਪੁੱਤਰ ਨੂੰ ਨਾਮ ਦੀ ਦਾਤ ਬਖਸ਼ੀ ਵਾਹਿਗੁਰੂ। ਇਹ ਨਹੀਂ ਕਿਹਾ। ਬੱਚੇ ਦੇ ਕੰਨਾਂ ਵਿੱਚ ਪਹਿਲੀ ਆਵਾਜ਼ ਹੀ ਹੋਰ ਪੈ ਗਈ। ਉਹਦੀ ਹੌਂ ਨੂੰ ਜਣਾ ਦਿੱਤਾ ਕਿ ਲੜਕਾ ਆਇਆ ਹੈ। ਬਸ ਇੰਨੇ ਵਿੱਚ ਹੀ ਲੜਕਾ ਵੀ ਖੁਸ਼ ਹੋ ਜਾਂਦਾ, ਮੇਰੀ ਤੇ ਬੜੀ ਆਓ ਭਗਤ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਤਰ੍ਹਾਂ ਜੀਵ ਦੀ ਬਿਰਤੀ ਮਾਇਆ ਵੱਲ ਜੁੜ ਗਈ ਤੇ ਖੋਟੀ ਮੱਤ ਤੇ ਮਾਇਆ ਨੇ ਇਸ ਜੀਵ ਨੂੰ ਮਨਮੁਖ ਬਣਾ ਦਿੱਤਾ। ਮਨਮੁਖ ਨੇ ਸਰੀਰਕ ਭੋਗਾਂ ਵਿੱਚ ਖਚਿਤ ਹੋ ਕੇ ਆਪਣਾ ਮੂਲ ਗਵਾ ਲਿਆ। ਪਰ ਗੁਰਮੁਖਾਂ ਨੇ ਗੁਰੂ ਦੇ ਬਚਨ ਸੁਣ ਕੇ ਗਿਆਨ ਦਾ ਖਜ਼ਾਨਾ ਖੱਟ ਲਿਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਪਰ ਸਤਿਗੁਰੂ ਦਾ ਸਿਧਾਂਤ ਇਹ ਹੈ ਕਿ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ ਤੇ ਗੁਰੂ ਗਿਆਨ ਦਾ ਦੀਵਾ ਹਿਰਦੇ 'ਚ ਬਲ ਪੈਂਦਾ ਹੈ। ਜਿੱਥੇ ਸਤਿਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉੱਥੋਂ ਹਉਮੈ ਦਾ ਬੋਰੀਆ ਬਿਸਤਰਾ ਸੁੱਤੇ ਸਿੱਧੀ ਗੋਲ ਹੋ ਜਾਂਦਾ, ਆਪਣੇ ਆਪ ਹੀ ਹਉਮੈ ਚਲੀ ਜਾਂਦੀ ਹੈ। 16ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਸੁਨ ਨਿਰੰਤਰ ਦੀਜੈ ਬੰਦ। ਸੁਨ ਹੁੰਦੀ ਅਫੁਰ ਅਵਸਥਾ। ਨਿਰੰਤਰ ਕਈ ਵਾਰ ਬਾਣੀ 'ਚ ਅੱਖਰ ਆਵੇਗਾ। ਨਿਰੰਤਰ ਦਾ ਅਰਥ ਹੁੰਦਾ ਇੱਕ ਰਸ, ਲਗਾਤਾਰ, ਕੰਟੀਨਿਊਸ, ਇੱਕ ਰਸ ਰਹਿਣ ਵਾਲਾ। ਮਹਾਰਾਜ ਕਹਿੰਦੇ, ਜੇ ਇੱਕ ਰਸ ਅਫੁਰ ਹਰੀ ਵਿੱਚ ਟਿਕ ਕੇ ਵਿਕਾਰਾਂ ਨੂੰ ਬੰਨਾ ਲਾ ਦਿੱਤਾ ਜਾਵੇ ਤਾਂ ਨਾ ਮਨ ਰੂਪੀ ਹੰਸ ਉੱਡਦਾ। ਉਡੈ ਨਾ ਹੰਸਾ, ਪੜੈ ਨਾ ਕੰਧ। ਕਿਉਂਕਿ ਨਾ ਤੇ ਮਨ ਰੂਪੀ ਹੰਸ ਉੱਡਦਾ, ਭਾਵ ਇੱਧਰ ਉੱਧਰ ਨਹੀਂ ਭਟਕਦਾ, ਅਤੇ ਨਾ ਹੀ ਇਸ ਦਾ ਸਰੀਰ ਟੁੱਟਦਾ। ਪੜੈ ਨਾ ਕੰਧ, ਕੰਧ ਹੁੰਦਾ ਸਰੀਰ, ਇਹ ਸਰੀਰ ਰੂਪੀ ਕੰਧ ਪੜਿਆ ਤੋਂ ਭਾਵ ਨਹੀਂ ਟੁੱਟਦਾ, ਡਿੱਗਦਾ ਨਹੀਂ। ਸੋ ਇਸ ਕਰਕੇ ਅਫੁਰ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ, ਨਿਰਵਿਕਲਪ ਸਮਾਧੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ, ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਮਨੁੱਖ ਕਿਉਂ ਦੁਖੀ ਹੈ, ਭਟਕਦਾ ਕਿਉਂ ਹੈ? ਕਿਉਂਕਿ ਆਪਣੇ ਅੰਦਰ ਇੰਨੇ ਸੰਕਲਪ ਤੇ ਵਿਕਲਪ ਤੇ ਫੁਰਨੇ ਕਰਮ ਕਰਦੇ ਨੇ ਕਿ ਰਾਤ ਨੂੰ ਸੁੱਤਿਆਂ ਪਿਆਂ ਵੀ ਉਹ ਸੁਪਨੇ ਦੇ ਵਿੱਚ ਤੰਗ ਕਰਦੇ ਨੇ। ਜਾਗਦਿਆਂ ਹੋਇਆਂ ਤਾਂ ਉਹਨੇ ਤੰਗ ਕਰਨਾ ਹੀ ਹੈ, ਮੈਂ ਆਹ ਕੰਮ ਕਰਨਾ ਹੈ, ਮੈਂ ਉਹ ਲਿਆਉਣਾ ਹੈ, ਮੈਂ ਆਹ ਖਾਣਾ ਹੈ, ਆਹ ਦੇਣਾ ਹੈ, ਉੱਥੇ ਜਾਣਾ ਹੈ, ਆਹ ਕਰਨਾ ਹੈ, ਉਹ ਕਰਨਾ ਹੈ। ਹਜ਼ਾਰਾਂ ਲੱਖਾਂ ਕੰਮ ਦਿਮਾਗ ਵਿੱਚ ਘੁੰਮਦੇ ਨੇ। ਇਹਨੂੰ ਹੀ ਫੁਰਨਾ ਕਹਿੰਦੇ ਨੇ। ਫੁਰਨਾ ਬਣਾ ਲਿਆ, ਮਿਟਾ ਲਿਆ, ਇਹਦਾ ਨਾਮ ਹੀ ਸੰਕਲਪ ਤੇ ਵਿਕਲਪ ਹੋ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਇੱਕ ਰਸ ਅਫੁਰ ਹਰੀ ਵਿੱਚ ਟਿਕ ਕੇ ਵਿਕਾਰਾਂ ਨੂੰ ਬੰਨਾ ਲਾ ਦਿੱਤਾ ਜਾਵੇ ਤਾਂ ਜਿਵੇਂ ਆਪਾਂ ਪੜ੍ਹਦੇ ਨੇ ਸ਼ਬਦ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਬੰਨਾ ਲਾਤਾ ਜਦੋਂ ਮਹਾਰਾਜ ਜੀ ਨੇ, ਤਾਂ ਮਨ ਰੂਪੀ ਹੰਸ ਨਹੀਂ ਉੱਡਦਾ। ਵਾਹਿਗੁਰੂ ਦੀ ਮਿਹਰ ਦਾ ਸਦਕਾ ਅਫੁਰ ਇੱਕ ਰਸ ਪਰਮਾਤਮਾ 'ਚ ਟਿਕ ਜਾਂਦਾ ਹੈ। ਸਹਿਜ ਗੁਫਾ ਘਰ ਜਾਣੈ ਸਾਚਾ। ਜਿਹੜਾ ਮਨੁੱਖ ਸਹਿਜ ਹੁੰਦਾ, ਰੱਬੀ ਗਿਆਨ ਸਹਿਜ ਅਵਸਥਾ ਵਿੱਚ, ਥੋੜੀ ਜੀ ਸਾਖੀ ਨਾਲ ਸਮਝ ਪੈ ਜਾਂਦੀ। ਚੌਥੇ ਪਾਤਸ਼ਾਹ ਨੂੰ ਸੰਗਤ ਨੇ ਪੁੱਛਿਆ, ਮਹਾਰਾਜ ਇਹ ਸਹਿਜ ਅਵਸਥਾ ਦਾ ਕਿਰਪਾ ਕਰਕੇ ਦੱਸੋ, ਕੀ ਵਿਸਤਾਰ ਸਹਿਜ ਅਵਸਥਾ ਕਿਸ ਪ੍ਰਕਾਰ ਹੁੰਦੀ? ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਵੇਂ ਕੋਈ ਬਹੁਤ ਹੀ ਅੱਛੇ ਮਹਾਤਮਾ ਭਗਤੀ ਵਾਲੇ ਕਿਸੇ ਬੜੇ ਭਾਰੀ ਦਰਖਤ ਦੇ ਥੱਲੇ ਸਮਾਧੀ ਲਾ ਕੇ ਬੈਠੇ ਨੇ, ਬੜੇ ਬੀਤਰਾਗ ਬੈਰਾਗਵਾਨ ਮਹਾਂਪੁਰਸ਼ ਨੇ, ਅੱਖਾਂ ਬੰਦ ਨੇ, ਸੱਚਮੁੱਚ ਹੀ ਸਮਾਧੀ ਵਿੱਚ ਲੀਨ ਨੇ। ਕੋਈ ਸ਼ਾਹੂਕਾਰ ਆਇਆ, ਉਹ ਘੋੜੇ ਤੋਂ ਉਤਰ ਕੇ ਮਹਾਂਪੁਰਸ਼ਾਂ ਦੇ ਅੱਗੇ 5-10 ਹਜ਼ਾਰ ਰੁਪਏ ਦਾ ਮਹਿੰਗਾ ਦੁਸ਼ਾਲਾ ਭੇਟਾ ਕਰਕੇ ਉਹਨਾਂ ਨੇ ਨਮਸਕਾਰ ਕੀਤੀ ਤੇ ਚਲਿਆ ਗਿਆ। ਇੱਕ ਕੋਈ ਚੋਰ ਦੇਖਦਾ ਸੀ, ਉਹਨੇ ਸੋਚਿਆ ਕਿ ਮਹਾਤਮਾ ਦੀ ਤਾਂ ਸਮਾਧੀ ਲੱਗੀ ਹੋਈ ਹੈ, ਸੋ ਮੈਂ ਇਹ ਦੁਸ਼ਾਲਾ ਚੁੱਕ ਲਵਾਂ। ਕੁਦਰਤੀ ਗੱਲ ਹੈ ਕਿ ਜਦੋਂ ਕਾਫੀ ਸਮਾਂ ਸਮਾਧੀ ਲਾਈ, ਮਹਾਤਮਾ ਨੇ ਕਿਰਿਆ ਕਰਨੀ ਸੀ, ਕਿਉਂਕਿ ਜਦੋਂ ਸਰੀਰ ਨੂੰ ਸੁਸਤੀ ਪੈਣ ਲੱਗੇ ਤਾਂ ਉਸ ਵਕਤ ਕਿਰਿਆ ਆਦਿਕ ਕਰਨੀ, ਮੁੱਖ ਧੋਣਾ, ਆਪਣਾ ਪਾਣੀ ਥੋੜਾ ਪੀ ਲੈਣਾ, ਛਿੱਟੇ ਮਾਰ ਲੈਣੇ, ਅੱਖਾਂ 'ਚ ਪੈਰ ਧੋ ਲੈਣੇ, ਇਹਦੇ ਨਾਲ ਫਰੈਸ਼ ਹੋ ਜਾਂਦਾ ਹੈ। ਮਹਾਤਮਾ ਥੋੜਾ ਜਿਹਾ ਫਰੈਸ਼ ਹੋਣ ਵਾਸਤੇ ਉੱਠੇ ਨੇ। ਜਦੋਂ ਉੱਠੇ ਤਾਂ ਉਸ ਵਕਤ ਉਹ ਫਿਰ ਸਮਾਧੀ ਲਾ ਕੇ ਬੈਠੇ। ਜਦੋਂ ਨੇਤਰ ਬੰਦ ਕਰਕੇ ਹੋਏ 4-5 ਮਿੰਟ ਵੀ ਪੂਰਾ ਦੇਖਿਆ ਸਮਾਧੀ ਲੱਗੀ ਹੈ,
ਚੋਰ ਨੇ ਹੌਲੀ ਜਾ ਕੇ ਮੱਥਾ ਟੇਕਣ ਦੇ ਬਹਾਨੇ ਨਾਲ ਹੀ ਉਹ ਦੁਸ਼ਾਲਾ ਚੁੱਕ ਲਿਆ ਅਤੇ ਲੈ ਕੇ ਚਲਿਆ ਗਿਆ। ਫੇਰ ਕੁਝ ਸਮੇਂ ਬਾਅਦ ਮਹਾਤਮਾ ਫੇਰ ਉੱਠੇ, ਅੱਖਾਂ ਖੋਲ੍ਹੀਆਂ। ਪਹਿਲਾਂ ਦੁਸ਼ਾਲਾ ਦੇਖ ਕੇ ਖੁਸ਼ ਨਹੀਂ ਹੋਏ ਸੀ ਵੀ ਮੇਰੇ ਬਈ ਬੜਾ ਸੋਹਣਾ ਦੁਸ਼ਾਲਾ ਆਇਆ, ਕੀਮਤੀ ਸ਼ਾਲ। ਅਤੇ ਜਦੋਂ ਚੋਰ ਲੈ ਗਿਆ, ਅੱਖਾਂ ਖੋਲ੍ਹ ਕੇ ਦੇਖਿਆ ਤੇ ਉਹਦਾ ਕੋਈ ਮਨ ਦੇ ਉੱਤੇ ਅਸਰ ਨਹੀਂ ਹੋਇਆ ਵੀ ਚਲੋ ਕੋਈ ਲੈ ਗਿਆ, ਰੱਖ ਗਿਆ। ਆਈ ਚੀਜ਼ ਦੀ ਖੁਸ਼ੀ ਨਹੀਂ, ਗਏ ਪਦਾਰਥ ਦਾ ਸੋਗ ਨਹੀਂ। ਇਹਨੂੰ ਕਹਿੰਦੇ ਸਹਿਜ ਅਵਸਥਾ। ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਐਰ 10ਵੇਂ ਪਾਤਸ਼ਾਹ ਵੇਲੇ ਨਾਲ ਰਹੇ, 40 ਸਾਲ ਤੱਕ ਬਾਅਦ ਵਿੱਚ ਵੀ ਰਹੇ। ਉਹਨਾਂ ਦਾ ਡੇਰਾ ਲਾਹੌਰ ਵਾਲੇ ਸੂਬੇ ਨੇ ਜਦੋਂ ਲੁੱਟ ਲਿਆ ਸੀ, ਕਿਸੇ ਸਿੰਘ ਨੇ ਕਿਹਾ ਬਾਬਾ ਜੀ ਸਾਰਾ ਡੇਰਾ ਲੁੱਟ ਕੇ ਲੈ ਗਏ। ਬਾਬਾ ਜੀ ਅਵਸਥਾ ਇਸੇ 'ਚ ਹੀ ਰਹਿੰਦੇ ਸੀ, ਅਫੁਰ ਅਵਸਥਾ ਵਿੱਚ। ਜਦੋਂ ਨੇਤਰ ਖੋਲ੍ਹੇ ਤਾਂ ਸਾਹਮਣੇ ਬਾਜ ਬਿਠਾਉਣ ਵਾਲਾ ਇੱਕ ਸਟੈਂਡ ਜਿਹਾ ਹੁੰਦਾ, ਉਹਨੂੰ ਬਾਜਾਂ ਦਾ ਅੱਡਾ ਕਹਿੰਦੇ ਨੇ। ਉਹ ਬਾਜਾਂ ਦਾ ਅੱਡਾ ਸਾਹਮਣੇ ਨਾ ਦੇਖ ਕੇ ਬਸ ਇੰਨੇ ਕਿਹਾ, ਹਾਂ ਭਾਈ ਬਾਜਾਂ ਦਾ ਅੱਡਾ ਨਹੀਂ। ਬਾਕੀ ਡੇਰੇ ਵੱਲ ਨਿਗਾਹ ਹੀ ਨਹੀਂ ਮਾਰੀ, ਵੀ ਕੋਈ ਪੇਟੀ ਤੱਕ ਨਹੀਂ ਛੱਡੀ ਉਹਨਾਂ ਨੇ। ਇਹਨੂੰ ਕਹਿੰਦੇ ਸਹਿਜ ਗਿਆਨ, ਰੱਬੀ ਗਿਆਨ। ਸਤਿਗੁਰ ਬਾਰੇ ਜਿਵੇਂ ਜ਼ਿਕਰ ਕੀਤਾ ਨਾ, ਆਪ ਜੀ ਰੋਜ਼ ਪੜ੍ਹਦੇ ਹੋ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਇਹ ਕਰਮ ਕਾਂਡ ਕਰਨ ਦੇ ਨਾਲ ਮਨ ਦਾ ਸੰਸਾ ਨਹੀਂ ਜਾਂਦਾ ਤੇ ਸਹਿਜ ਪੈਦਾ ਨਹੀਂ ਹੁੰਦਾ, ਕਿਉਂਕਿ ਸਹਿਜ ਅਵਸਥਾ ਦੇਣੀ ਹੀ ਨਾਮ ਨੇ ਹੈ, ਸਿਮਰਨ ਨੇ ਹੈ, ਗੁਰਬਾਣੀ ਨੇ ਸਹਿਜ ਅਵਸਥਾ ਦੇਣੀ ਹੈ। ਕੀਰਤਨ ਸੁਣਨ ਨਾਲ ਸਹਿਜ ਅਵਸਥਾ ਬਣਦੀ ਹੈ। ਹੁਣ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਸਹਿਜ ਦੀ ਅਵਸਥਾ ਵਾਲੀ ਗੁਫਾ ਨੂੰ ਆਪਣਾ ਸੱਚਾ ਘਰ ਸਮਝ ਲੈਂਦਾ ਹੈ, ਨਾਨਕ ਸਾਚੇ ਭਾਵੈ ਸਾਚਾ। ਨਾਨਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਨਾਨਕ ਸਾਚੇ ਭਾਵੈ ਸਾਚਾ, ਉਹ ਸੱਚਾ ਮਨੁੱਖ ਹੈ ਤੇ ਸੱਚੇ ਵਾਹਿਗੁਰੂ ਨੂੰ ਚੰਗਾ ਲੱਗਦਾ, ਕਿਉਂਕਿ ਮਨਮੁਖ ਦਾ ਮਨ ਰੂਪੀ ਹੰਸ ਹਰ ਵੇਲੇ ਉੱਡਦਾ ਰਹਿੰਦਾ, ਭਾਵ ਟੇਕ ਕੇ ਆਪਣੇ ਟਿਕਾਣੇ ਤੇ ਨਹੀਂ ਬੈਠਦਾ। ਪਰ ਗੁਰਮੁਖ ਜਿਸ ਨੇ ਆਪਣਾ ਜੀਵਨ ਸਤਿਗੁਰੂ ਦੇ ਹੁਕਮ ਵਿੱਚ ਢਾਲਿਆ ਅਥਵਾ ਜੀਵਨ ਜੁਗਤੀ ਨੂੰ ਸਮਝ ਲਿਆ, ਉਸ ਨੇ ਨਿਰੰਤਰ ਨਾਮ ਜਪ ਕੇ ਬੁਰਾਈਆਂ ਨੂੰ ਬੰਨਾ ਲਾ ਦਿੱਤਾ ਅਤੇ ਚੰਗਿਆਈਆਂ ਦਾ ਧਾਰਨੀ ਬਣ ਗਿਆ। ਉਸ ਦਾ ਮਨ ਅਫੁਰ ਅਵਸਥਾ ਦਾ ਵਾਸੀ ਹੋ ਜਾਂਦਾ ਹੈ। ਜਿਵੇਂ ਜੋਗੀ ਲੋਕ ਪਹਾੜ ਦੀ ਗੁਫਾ ਵਿੱਚ ਬੈਠ ਕੇ ਆਪਣੇ ਸਰੀਰ ਵਿੱਚ ਆਤਮ ਜੋਤ ਲੱਭਣ ਦਾ ਯਤਨ ਕਰਦੇ ਨੇ, ਤਿਵੇਂ ਸੰਤ ਲੋਕ ਸਰੀਰ ਨੂੰ ਸ਼ਾਂਤ ਰੂਪੀ ਗੁਫਾ ਬਣਾ ਕੇ ਇਸ ਵਿੱਚ ਹੀ ਕਰਤਾਰ ਦੇ ਦਰਸ਼ਨ ਕਰਦੇ ਨੇ। ਜੋਗੀ ਦਸਮ ਦੁਆਰ ਵਿੱਚ ਸਵਾਸ ਚੜਾ ਕੇ ਸੁੰਨ ਸਮਾਧੀ ਲਾਉਂਦੇ ਹਨ, ਪਰ ਗੁਰਮੁਖ ਚੇਤਨ ਰੂਪ ਸੁੰਨ ਵਿੱਚ ਮਨ ਬੰਨ੍ਹ ਕੇ ਰੱਖਦੇ ਨੇ। ਇਉਂ ਫਰਕ ਹੈ। ਉਹ ਚੇਤਨ ਰੂਪ ਸੁੰਨ ਵਿੱਚ ਸਮਾਧੀ ਲਾਉਂਦੇ ਨੇ ਤੇ ਜੋਗੀ ਵੈਸੇ ਹੀ ਸੁੰਨ ਕਰ ਲੈਂਦੇ ਨੇ। ਸੋ ਜਿਵੇਂ ਕੋਈ ਬੰਦਾ ਬਹੁਤ ਦੁਖੀ ਹੋਵੇ ਤੇ ਉਹ ਬਹੁਤ ਜ਼ਿਆਦਾ ਨਸ਼ਾ ਖਾ ਕੇ ਡਿੱਗ ਪਵੇ, ਆਖੇ ਮੈਂ ਗਮ ਗਲਤ ਕਰਨ ਲਈ ਆ ਨਸ਼ਾ ਕੀਤਾ, ਪਰ ਜਦੋਂ ਉਹ ਨਸ਼ਾ ਉਤਰਿਆ ਤਾਂ ਉਹ ਗਮ ਫੇਰ ਚਿੰਬੜ ਗਿਆ। ਪਰ ਇੱਕ ਹੁੰਦਾ ਕਿ ਗਮ ਦਾ ਹੀ ਖਾਤਮਾ ਕਰ ਦਿੱਤਾ, ਨਸ਼ੇ ਦਾ ਆਸਰਾ ਨਾ ਲੈਣਾ। ਜੋਗੀ ਸਵਾਸਾਂ ਨੂੰ ਦਸਮ ਦੁਆਰ ਵਿੱਚ ਚੜਾ ਕੇ ਇੱਕ ਪ੍ਰਕਾਰ ਦਾ ਗਮ ਗਲਤੀ ਕਰਦੇ ਨੇ। ਮੰਨੋ ਕਿ ਉਹ ਜਿੰਨਾ ਚਿਰ ਸਵਾਸ ਉੱਪਰ ਰਹੇ ਉਹਨਾਂ ਚਿਰ ਤੇ ਆਨੰਦ ਰਿਹਾ, ਜਦੋਂ ਥੱਲੇ ਉਤਰੇ ਤਾਂ ਫਿਰ ਆਮ ਆਦਮੀ ਵਰਗੀ ਅਵਸਥਾ ਬਣ ਜਾਂਦੀ। ਪਰ ਸਤਿਗੁਰੂ ਕਹਿੰਦੇ ਨੇ ਸ਼ਬਦ ਨਾਲ ਜੁੜ ਕੇ ਜੇ ਚੇਤਨ ਰੂਪ ਸੁਣਨ ਵਿੱਚ ਮਨ ਨੂੰ ਬੰਨ੍ਹ ਲਵੇ, ਉਹਦੇ ਵਰਗਾ ਫਿਰ ਆਨੰਦ ਕਿਤੇ ਵੀ ਨਹੀਂ, ਕਿਉਂਕਿ ਇੱਕ ਜੋਗਾਨੰਦ ਹੈ, ਇੱਕ ਬ੍ਰਹਮਾਨੰਦ ਹੈ। ਜੋਗਾਨੰਦ ਜੋਗੀਆਂ ਨੂੰ ਪ੍ਰਾਪਤ ਹੁੰਦਾ, ਬ੍ਰਹਮਾਨੰਦ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ। ਜਿਵੇਂ ਭਾਈ ਮਨੀ ਸਿੰਘ ਜੀ ਕੋਲ ਬ੍ਰਹਮਾਨੰਦ ਸੀ ਤੇ ਬੰਦ ਕੱਟਣ ਤੋਂ ਵੀ ਦੂਰ ਨਹੀਂ ਹੋਇਆ, ਤੇ ਜੋਗੀਆਂ ਦੀ ਤੇ ਕੋਈ ਇੱਕ ਚੀਜ਼ ਚੁੱਕ ਕੇ ਲੈ ਜਾਵੇ ਉਹ ਸੜ ਬਲਦੇ ਨੇ ਉੱਥੇ ਕਿ ਮੇਰੀ ਚੀਜ਼ ਕਿਉਂ ਚੁੱਕ ਕੇ ਲੈ ਗਿਆ ਕੋਈ, ਜਾਂ ਮੇਰਾ ਆਹ ਭਾਂਡਾ ਕਿਉਂ ਗੁੰਮ ਹੋ ਗਿਆ। ਗੁਰਮੁਖ ਜੀਉੜਾ ਸਰੀਰ ਰੂਪੀ ਗੁਫਾ ਵਿੱਚ ਨਿਰੰਤਰ ਨਾਮ ਸਿਮਰਨ ਵਿੱਚ ਮਸਤ ਰਹਿੰਦਾ। ਇੱਕ ਰਸ ਪਾਵੇ ਕਿ ਉਹਦੀ ਬਿਰਤੀ ਜਿਹੜੀ ਆ ਨਾ ਉਹ ਅਸਲ ਵਿੱਚ ਅੰਤਰਮੁਖੀ ਹੋ ਜਾਂਦੀ। ਇੱਕ ਤਾਂ ਹੁੰਦੇ ਲੋਕਾਂ ਦੀ ਬਾਹਰਮੁਖੀ ਬਿਰਤੀ, ਜਿਵੇਂ ਬਾਹਰਮੁਖੀ ਬਿਰਤੀ ਦਾ ਮੈਂ ਜ਼ਿਕਰ ਕਰਾਂ, ਜੇ ਤੁਹਾਡੀ ਹੈ ਤਾਂ ਇਹਨੂੰ ਦੂਰ ਕਰੋ। ਗੁਰੂ ਘਰ 'ਚ ਜਾਣਾ, ਲਓ ਜੀ ਉੱਥੇ ਤਾਂ ਆ ਹੋ ਗਿਆ ਸੀ ਗੁਰੂ ਘਰ 'ਚ ਅੱਜ ਫਲਾਨਾ ਬੰਦਾ ਐ ਸੀ,
ਅੱਜ ਰਾਗੀ ਟੇਢਾ ਬੈਠਾ ਸੀ ਜਾਂ ਉਹ ਫਲਾਨਾ ਐ ਸੀ। ਕੋਈ ਪ੍ਰਕਾਰ ਦੇ ਹੀ ਖੱਬੇ ਸੱਜੇ ਦੇ ਨੁਕਸ ਕੱਢਦੇ ਜੇ ਅਸਲੀ ਗੱਲ ਸੀ ਅੱਜ ਦਾ ਸ਼੍ਰੀ ਮੁਖ ਵਾਕ ਕੀ ਸੀ ਬਈ, ਉਹ ਤਾਂ ਬਈ ਮੈਂ ਭੁੱਲ ਗਿਆ ਵੀ ਅੱਜ ਦਾ ਸ਼੍ਰੀ ਮੁਖ ਵਾਕ ਭੁੱਲ ਗਿਆ ਤੇ ਅੰਦਰ ਨੁਕਸ ਕੱਢਣ ਵਿੱਚ ਚਲਿਆ ਗਿਆ ਹੈ, ਇਹ ਗਲਤੀ। ਲਓ ਜੀ, ਉੱਥੇ ਤਾਂ ਦਰੀ ਇਕੱਠੀ ਹੋਈ ਪਈ, ਸਿੱਧਾ ਨਹੀਂ ਕਰਦਾ ਭਈ ਤੂੰ ਕਾਹਦੇ ਵਾਸਤੇ ਗਿਆ ਸੀ। ਆਪਾਂ ਸੇਵਾਦਾਰ ਹਾਂ, ਸਾਰੀ ਕੌਮ ਸੇਵਾਦਾਰ ਹੈ ਗੁਰੂ ਸਾਹਿਬ ਦੀ। ਆਪਣਾ ਫਰਜ਼ ਹੈ ਦਰੀ ਸਿੱਧੀ ਕਰਨੀ। ਲਾਈਟ ਫਾਲਤੂ ਬਲ ਰਹੀ, ਲਾਈਟ ਬੰਦ ਕਰੋ। ਖਾਮ ਖਾਈ ਪਾਣੀ ਚੱਲ ਰਿਹਾ ਟੂਟੀ ਦੇ ਵਿੱਚ, ਉਹਨੂੰ ਬੰਦ ਕਰੋ। ਕਿਉਂ? ਪ੍ਰਾਪਰਟੀ ਗੁਰੂ ਘਰ ਦੀ ਸਾਰੀ ਸੰਗਤ ਦੀ ਪ੍ਰਾਪਰਟੀ, ਅਸੀਂ ਉਹਦੀ ਸੰਭਾਲ ਕਰਨੀ, ਨਾ ਕਿ ਕਿਸੇ ਨੂੰ ਦੋਸ਼ ਨਹੀਂ ਦੇਣਾ। ਆਪ ਠੀਕ ਕਰਿਆ ਕਰੋ। ਅੰਤਰਮੁਖ ਬਿਰਤੀ, ਅਜਿਹਾ ਮਨੁੱਖ ਗੁਰ ਪਰਮੇਸ਼ਰ ਜੀ ਨੂੰ ਚੰਗਾ ਲੱਗਦਾ ਤੇ ਉਸ ਦਾ ਸਰੀਰ ਟੁੱਟਦਾ ਨਹੀਂ, ਭਾਵ ਉਹ ਜਨਮ ਮਰਨ ਦੇ ਗੇੜੇ ਚੋਂ ਬਾਹਰ ਨਿਕਲ ਜਾਂਦਾ ਹੈ। ਹੁਣ ਸਿੱਧਾ ਨੇ 18ਵੀਂ ਪੌੜੀ 'ਚ ਫੇਰ ਪ੍ਰਸ਼ਨ ਕੀਤੇ ਨੇ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਹੁਣ ਫੇਰ ਪ੍ਰਸ਼ਨ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਦੱਸੋ ਤੁਸਾਂ ਕਿਸ ਕਾਰਨ ਕਰਕੇ ਘਰ ਛੱਡਿਆ ਤੇ ਉਦਾਸੀ ਹੋਏ ਹੋ। ਕਿਸ ਕਾਰਨ ਇਹੋ ਭੇਖ ਨਿਵਾਸੀ, ਕਿਸ ਕਾਰਨ ਕਰਕੇ ਇਹ ਉਦਾਸੀ ਭੇਖ ਦੇ ਧਾਰਨੀ ਬਣੇ ਹੋ, ਕਿਉਂਕਿ ਤੁਸੀਂ ਇਹ ਭੇਖ ਕਿਉਂ ਧਾਰਿਆ ਹੋਇਆ ਹੈ। ਕਿਸ ਵਖਰ ਕੇ ਤੁਮ ਵਣਜਾਰੇ, ਤੁਸੀਂ ਕਿਸ ਸੌਦੇ ਦੇ ਵਪਾਰੀ ਹੋ। ਕਿਉਂ ਕਰ ਸਾਥ ਲੰਘਾਵੋ ਪਾਰੇ, ਤੁਸੀਂ ਆਪਣੇ ਸਾਥ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਸੰਗਤ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਲੰਘਾਓਗੇ। ਆਓ ਧੰਨ ਗੁਰੂ ਨਾਨਕ ਦੇਵ ਜੀ ਦਾ ਜਵਾਬ ਸੁਣੋ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਜਦੋਂ ਜਾਂ ਕੋਈ ਉੱਚੀਆਂ ਅਵਸਥਾ ਦੇ ਮਾਲਕ ਜਦੋਂ ਆਪਸ ਵਿੱਚ ਚਰਚਾ ਕਰਦੇ ਨੇ ਤਾਂ ਇਹ ਬੜੀ ਸੁਣਨ ਵਾਲੀ ਚੀਜ਼ ਹੈ, ਬੜੀ ਆਨੰਦਮਈ ਅਵਸਥਾ। ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਅੱਜ ਅਸੀਂ ਆਮ ਬੰਦਿਆਂ ਨੂੰ ਪੁੱਛਦੇ ਹਾਂ, ਆਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ ਸੋਹਣਾ, ਗੁਰਮੁਖ ਖੋਜਤ ਭਏ ਉਦਾਸੀ। ਸਤਿਗੁਰੂ ਸਿੱਧਾਂ ਨੂੰ ਇਉਂ ਉੱਤਰ ਦਿੰਦੇ ਆਖਦੇ ਨੇ, ਅਸੀਂ ਗੁਰਮੁਖਾਂ ਨੂੰ ਲੱਭਣ ਲਈ ਉਦਾਸੀ ਹੋਏ ਹਾਂ। ਮੁਖੀ ਗੁਰਾਂ ਨੂੰ ਲੱਭਣ ਲਈ ਅਥਵਾ ਗੁਰਮੁਖਾਂ ਨੂੰ ਲੱਭਣ ਲਈ, ਰੱਬ ਦੇ ਬੰਦਿਆਂ ਨੂੰ ਲੱਭਣ ਲਈ ਉਦਾਸੀ ਹੋਏ ਹਾਂ। ਬਾਹਰ ਦੁਨੀਆ 'ਚ ਨਿਕਲੇ ਹਾਂ, ਵਿਚਰਦੇ ਹਾਂ। 4 ਉਦਾਸੀਆਂ ਕੀਤੀਆਂ ਆਪ ਨੇ ਘਰ-ਬਾਰ ਛੱਡ ਕੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਸੀ, ਭਾਈ ਤੁਹਾਡੇ ਦਰਸ਼ਨਾਂ ਨੂੰ ਆਏ। ਨਿਮਰਤਾ ਸਿਖਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਹੁਤ ਸੋਹਣੇ ਸੋਹਣੇ ਬਚਨ ਕਹੇ ਨੇ। ਦਰਸ਼ਨ ਕਹਿ ਤਾਹੀ ਭੇਖ ਨਿਵਾਸੀ, ਗੁਰਮੁਖਾਂ ਨੇ ਦਰਸ਼ਨਾਂ ਲਈ ਉਦਾਸੀ ਭੇਖ ਧਾਰਨ ਕੀਤਾ। ਤੁਸੀਂ ਤਾਂ ਭੇਖ ਧਾਰਨ ਕਰਦੇ ਹੋ, ਘਰੋਂ ਕਰਜ਼ਾ ਦੇਣਾ ਸੀ ਤੇ ਡਰਦੇ ਹੀ ਦੌੜ ਕੇ ਜੰਗਲਾਂ 'ਚ ਆ ਗਏ, ਜੋਗੀ ਬਣ ਕੇ ਬੈਠ ਗਏ। ਆਪਦਾ ਕਾ ਮਾਰਿਆ ਘਰ ਤੇ ਨਸਤਾ। ਪਰ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਵਾਂਗੂ ਨਹੀਂ, ਅਸੀਂ ਤਾਂ ਦਰਸ਼ਨਾਂ ਵਾਸਤੇ ਇਹ ਭੇਖ ਬਣਾਇਆ ਹੈ। ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਸਾਚ ਵਖਰ ਕੇ ਹਮ ਵਣਜਾਰੇ, ਅਸੀਂ ਸੱਚੇ ਸੌਦੇ ਦੇ ਵਪਾਰੀ ਹਾਂ ਭਾਈ, ਨਾਮ ਦੇ ਵਪਾਰੀ ਹਾਂ। ਨਾਨਕ ਗੁਰਮੁਖ ਉਤਰਸ ਪਾਰੇ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਦੱਸੇ ਰਾਹ ਤੇ ਜੋ ਟੁਰਦਾ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਿਵੇਂ ਜਿਵੇਂ ਸਤਿਗੁਰੂ ਨੇ ਮਾਰਗ ਦੱਸਿਆ, ਅੱਜ ਦੇ ਯੁੱਗ ਵਿੱਚ ਗੁਰਬਾਣੀ ਅੰਦਰ ਜਿਹੜੀ ਸਿੱਖਿਆ ਸਤਿਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਹੈ, ਜੇ ਮੰਨ ਲਓ ਇੱਕ ਪ੍ਰਕਾਰ ਦੀ ਉਦਾਹਰਣ ਕਿ ਜਿਵੇਂ ਦਸਵੰਧ ਨੂੰ ਹੀ ਕਿਹਾ, ਦਸਵੰਧ ਕੱਢਣ ਨੂੰ ਸਾਰੇ ਇਹ ਬੜਾ ਔਖਾ ਕੰਮ ਹੈ ਜੀ, ਖਰਚੇ ਨਹੀਂ ਚੱਲਦੇ। ਨਹੀਂ, ਇਹ ਜਵਾਬ ਦੇਣਾ ਅੱਗਿਓਂ ਗਲਤ। ਦਸਵੰਧ ਦਾ ਹੁਕਮ ਹੈ ਤਾਂ ਜਿਵੇਂ ਮਰਜ਼ੀ ਕੱਢੋ, ਫਿਰ ਅਗਲੀ ਵਾਰ ਨੂੰ ਹੋਰ ਸੌਖੇ ਹੋ ਜਾਓਗੇ, ਫਿਰ ਹੋਰ ਸੌਖੇ ਹੋ ਜਾਓਗੇ। ਕਿਉਂਕਿ ਜਦੋਂ ਤੱਕ ਆਪਾਂ ਸਤਿਗੁਰੂ ਦੇ ਦੱਸੇ ਮਾਰਗ ਤੇ ਤੁਰਨ ਤੋਂ ਪਹਿਲਾਂ ਹੀ ਕਹਿਣ ਲੱਗ ਜਾਂਦੇ ਇਹ ਤਾਂ ਕੰਮ ਔਖਾ ਹੈ, ਪਹਿਲਾਂ ਹੀ ਔਖਾ ਕਹਿਣ ਲੱਗ ਪਏ ਆ। ਅੰਮ੍ਰਿਤ ਵੇਲੇ ਤਾਂ ਉੱਠਣਾ ਔਖਾ ਹੈ, ਅੰਮ੍ਰਿਤ ਛਕਣਾ ਤਾਂ ਔਖਾ ਹੈ, ਕਕਾਰ ਰੱਖਣੇ ਤਾਂ ਔਖੇ ਹੈ। ਇਹਦਾ ਮਤਲਬ ਆਪਾਂ ਸਤਿਗੁਰੂ ਨੂੰ ਪਹਿਲਾਂ ਹੀ ਜਵਾਬ ਦੇ ਰਹੇ ਹਾਂ ਕਿ ਅਸੀਂ ਤੁਹਾਡੇ ਦੱਸੇ ਰਾਹ ਤੇ ਨਹੀਂ ਚੱਲ ਸਕਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਭਾਈ ਮੈਂ ਤੁਹਾਨੂੰ ਸੌਖਾ ਕਰਨ ਵਾਸਤੇ ਹੀ ਰਸਤਾ ਦੱਸਿਆ ਸੀ, ਤੁਸੀਂ ਰਾਹ ਤੇ ਚੱਲਣ ਤੋਂ ਹੀ ਨਾ ਕਰੀ ਜਾਂਦੇ ਤੇ ਫਿਰ ਸੌਖਾ ਕਿਵੇਂ ਹੋਵੋਗੇ। ਬਹੁਤ ਵੱਡੇ ਮੱਚਦੇ ਅੱਗ ਦੇ ਭਾਂਬੜ ਦੇ ਵਿੱਚ ਜਿਵੇਂ ਕੋਈ ਬੰਦਾ ਜਲਣ ਲਈ ਚਾਰੇ ਪਾਸੇ ਦੇਖਿਆ ਕਿ ਅੱਗ ਲੱਗੀ ਹੋਈ ਹੈ, ਨਿਕਲਣ ਲਈ ਰੌਲਾ ਪਾਇਆ। ਕਿਸੇ ਬੰਦੇ ਨੇ ਦੱਸਿਆ ਵੀ ਇੱਥੋਂ ਛਾਲ ਮਾਰ ਕੇ ਬਾਹਰ ਨਿਕਲਿਆ, ਇਹੀ ਰਸਤਾ ਹੈ। 2-4 ਛਾਲਾਂ ਮਾਰੇਗਾ ਬਾਹਰ, ਨਹੀਂ ਮੈਂ ਕਿਤੇ ਸੜ ਨਾ ਜਾਵਾਂ, ਮੈਂ ਕਿਤੇ ਸੜ ਨਾ ਜਾਵਾਂ, ਸੜ ਉੱਥੇ ਹੀ ਗਿਆ।
ਉਹੀ ਗੱਲ ਸਾਡੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਭਾਈ ਆਹ ਰਸਤਾ ਹੈ, ਇਹਦੇ ਨਾਲ ਰਸਤੇ ਨਿਕਲ ਕੇ ਤੂੰ ਗੁਰਮਤ ਦੇ ਮਾਰਗ ਤੇ ਚੱਲ ਕੇ ਗੰਦਗੀ ਚੋਂ ਬਾਹਰ ਆ ਜਾ, ਮਾਇਆ ਚੋਂ, ਸੰਸਾਰ ਦੀ ਅੱਗ ਚੋਂ। ਪਰ ਅੱਗਿਓਂ ਜਵਾਬ ਕੀ ਹੈ ਕਿ ਔਖਾ ਹੈ। ਮਹਾਰਾਜ ਕਹਿੰਦੇ ਨੇ ਇਹ ਔਖਾ ਨਹੀਂ, ਮੈਂ ਤੈਨੂੰ ਸੌਖਾ ਦੱਸ ਰਿਹਾ ਰਸਤਾ। ਔਖਾ ਤਾਂ ਹੋਵੇ ਜੇ ਬਾਅਦ ਵਿੱਚ ਨਾ ਸੌਖਾ ਹੋਵੇ। ਦੁਨੀਆ ਦਾ ਜਿਹੜਾ ਮਾਰਗ ਅੱਜ ਆਪਾਂ ਨੂੰ ਸੌਖਾ ਲੱਗਦਾ ਹੈ, ਹੌਲੀ ਹੌਲੀ ਉਹ ਮਾਰਗ ਔਖਾ ਹੋ ਜਾਂਦਾ। ਕੰਡਿਆਂ ਦਾ ਮਾਰਗ, ਮਾਇਆ ਦੇ ਮਾਰਗ ਵਿੱਚ ਪਹਿਲਾਂ ਫੁੱਲ ਨੇ, ਬਾਅਦ ਵਿੱਚ ਕੰਡੇ ਨੇ। ਪਰਮੇਸ਼ਰ ਦੇ ਰਸਤੇ ਵਿੱਚ ਪਹਿਲਾਂ ਲੂਣੀ ਸਿਲ ਚੱਟਣੀ ਪੈਂਦੀ ਹੈ, ਪਰ ਬਾਅਦ ਵਿੱਚ ਆਨੰਦ ਹੀ ਆਨੰਦ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਕੀਤੇ ਨੇ ਸਿੱਧਾਂ ਨੇ ਕਿ ਜੇ ਸਾਡੀ ਹਾਟੀ ਬਾਟੀ ਤਿਆਗਣ ਨੂੰ ਤੁਸੀਂ ਪਸੰਦ ਨਹੀਂ ਕਰਦੇ ਤਾਂ ਤੁਸੀਂ ਆਪਣਾ ਘਰ-ਬਾਰ ਛੱਡ ਕੇ ਉਦਾਸੀਆਂ ਵਾਲਾ ਬਾਣਾ ਕਿਉਂ ਧਾਰਨ ਕੀਤਾ? ਤੁਸੀਂ ਕਿਸ ਸੌਦੇ ਦੇ ਵਪਾਰੀ ਹੋ? ਤੁਹਾਡਾ ਜੀਵਨ ਉਦੇਸ਼ ਕੀ ਹੈ? ਗ੍ਰਸਤੀ ਜੀਵਨ ਵਿੱਚ ਰਹਿ ਕੇ ਤੁਸੀਂ ਆਪਣੇ ਸੰਗੀਆਂ ਸਾਥੀਆਂ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਲੰਘਾਓਗੇ? ਮਹਾਰਾਜ ਨੂੰ ਭਰਮਾਉਣ ਦਾ ਯਤਨ ਕੀਤਾ, ਪਰ ਧੰਨ ਗੁਰੂ ਨਾਨਕ ਦੇਵ ਜੀ ਇੰਨਾ ਸੋਹਣਾ ਜਵਾਬ ਦਿੰਦੇ ਨੇ ਕਿ ਅਸੀਂ ਤਾਂ ਗੁਰਮੁਖਾਂ ਦੀ ਭਾਲ ਵਿੱਚ ਉਦਾਸੀ ਬਣੇ, ਵੈਸੇ ਅਸੀਂ ਗ੍ਰਸਤੀ ਹਾਂ। ਇਸ ਭੇਖ ਨੂੰ ਧਾਰਨ ਦਾ ਸਾਡਾ ਮੰਤਵ ਜਿਹੜਾ ਨਾ ਕੇਵਲ ਗੁਰਮੁਖਾਂ ਦਾ ਦਰਸ਼ਨ ਕਰਨਾ। ਭਾਈ ਗੁਰਮੁਖਾਂ ਦੇ ਦਰਸ਼ਨਾਂ 'ਚੋਂ ਬੜਾ ਕੁਝ ਮਿਲਦਾ, ਫਿਰ ਪਰਮਾਤਮਾ ਦੇ ਦਰਸ਼ਨਾਂ ਤੱਕ ਜਾਂਦੇ ਹਾਂ। ਅਸੀਂ ਕਿਸੇ ਭੇਖ ਨੂੰ ਕੋਈ ਮਹੱਤਵ ਨਹੀਂ ਦਿੰਦੇ, ਕਿਉਂਕਿ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ। ਇਹ ਸਾਡਾ ਸਿਧਾਂਤ ਹੈ, ਅਸੀਂ ਸੱਚ ਦੇ ਵਪਾਰੀ ਹਾਂ। ਇਸ ਸਿੱਖਿਆ ਤੇ ਅਮਲ ਕਰਕੇ ਅਸੀਂ ਆਪਣੇ ਸੰਗੀ ਸਾਥੀ ਸਗਲ ਤਰਾਈ ਵਾਲਾ ਸਾਡਾ ਆਦਰਸ਼ ਸੁਤੇ ਹੀ ਪੂਰਾ ਹੋ ਜਾਂਦਾ ਹੈ। 19ਵੀਂ ਪੌੜੀ ਵਿੱਚ ਫਿਰ ਹੋਰ ਪ੍ਰਸ਼ਨ ਕਰਦੇ ਹਨ, ਅੱਗੇ ਆਓ ਸ਼ਰਵਣ ਕਰਦੇ ਹਾਂ। ਕੇਤ ਬਿਦ ਪੁਰਖਾ ਜਨਮ ਵਟਾਇਆ। ਜੋਗੀਆਂ ਵੱਲੋਂ ਪ੍ਰਸ਼ਨ ਹੈ ਇਹ ਕਿ ਹੇ ਪੁਰਖਾ, ਤੂੰ ਕਿਸ ਤਰੀਕੇ ਨਾਲ ਆਪਣਾ ਜਨਮ ਵਟਾਇਆ ਹੈ, ਭਾਵ ਪਲਟਾ ਦਿੱਤਾ ਹੈ। ਕਾਹੇ ਕਉ ਤੁਝ ਇਹੋ ਮਨ ਲਾਇਆ। ਤੁਸੀਂ ਕਿਸ ਤਰ੍ਹਾਂ ਇਹ ਮਨ ਪਰਮਾਤਮਾ ਵਾਲੇ ਪਾਸੇ ਲਾਇਆ, ਭਾਵ ਜੋੜਿਆ ਹੈ। ਕਿਤ ਬਿਦ ਆਸਾ ਮਨਸਾ ਖਾਈ। ਕਿਸ ਤਰੀਕੇ ਨਾਲ ਤੁਸੀਂ ਆਸਾ ਅਤੇ ਮਨ ਦੀਆਂ ਖੁਆਇਸ਼ਾਂ ਨੂੰ ਮੁਕਾਇਆ ਹੈ। ਖਾਈ ਤੋਂ ਭਾਵ ਖਾ ਲਈਆਂ, ਮੁਕਾ ਦਿੱਤੀਆਂ। ਕਿਤ ਬਿਦ ਜੋਤ ਨਿਰੰਤਰ ਪਾਈ। ਜਿਨ੍ਹਾਂ ਨੇ ਸਾਰੇ ਜਗਤ ਨੂੰ ਖਾ ਲਿਆ ਹੈ, ਤੁਸੀਂ ਇੱਕ ਰਸ ਵਿਆਪਕ ਰੱਬੀ ਜੋਤ ਕਿਵੇਂ ਪ੍ਰਾਪਤ ਕੀਤੀ ਹੈ? ਕਿਵੇਂ ਤੁਸੀਂ ਖੁਆਇਸ਼ਾਂ ਨੂੰ ਮੁਕਾਇਆ ਤੇ ਇੱਕ ਰਸ ਵਿਆਪਕ ਰੱਬੀ ਜੋਤ ਨੂੰ ਕਿਵੇਂ ਪ੍ਰਾਪਤ ਕਰ ਲਿਆ ਹੈ? ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਕਹਿੰਦੇ ਨੇ ਦੰਦਾਂ ਤੋਂ ਬਿਨਾਂ ਕਿਸ ਤਰ੍ਹਾਂ ਲੋਹਾ ਖਾਧਾ ਜਾ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਇਸ ਬਾਰੇ ਸਾਡੇ ਨਾਲ ਸੱਚਾ ਵਿਚਾਰ ਕਰੋ ਤਾਂ ਸਾਨੂੰ ਹੁਣ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ। ਹੁਣ ਸਤਿਗੁਰੂ ਜੀ 20ਵੀਂ ਪੌੜੀ ਵਿੱਚ ਸਾਰੇ ਪ੍ਰਸ਼ਨਾਂ ਦਾ ਉੱਤਰ ਬਖਸ਼ਿਸ਼ ਕਰ ਰਹੇ ਨੇ। ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕਉ ਤੁਝ ਇਹ ਮਨ ਲਾਇਆ। ਹੁਣ ਜਵਾਬ ਦਿੰਦੇ ਨੇ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗਵਨ ਆਵਾ ਗਵਨ ਜਨਮ ਮਰਨ। ਜਵਾਬ ਦਿੰਦੇ ਨੇ ਕਿ ਸਤਿਗੁਰੂ ਦੇ ਘਰ ਸਾਡਾ ਜਨਮ ਹੋਇਆ, ਭਾਵ ਸ਼ਬਦ ਗੁਰੂ ਦਾ ਗਿਆਨ ਉਪਦੇਸ਼ ਸੁਣ ਕੇ ਅਸਾਂ ਸਰੀਰ ਨੂੰ ਆਪਣੇ ਤੋਂ ਵੱਖਰਾ ਜਾਣਿਆ, ਮੈਂ ਹੋਰ ਹੈ। ਇਹੀ ਭੁਲੇਖਾ ਰਹਿੰਦਾ ਆਪਾਂ ਨੂੰ ਕਿ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਆ ਕਿ ਇਹ ਮੈਂ। ਅੱਜ ਮੈਂ ਬੜਾ ਦੁਖੀ ਹੋਇਆ। ਇਹ ਸਰੀਰ ਵਿੱਚ ਬੈਠ ਕੇ ਜੀਵ ਬੋਲਦਾ ਹੈ ਕਿ ਅੱਜ ਮੈਂ ਦੁਖੀ ਹੋਇਆ, ਮੇਰਾ ਮਨ ਬੜਾ ਦੁਖੀ ਹੋਇਆ। ਵਾਸਤਵ ਦੇ ਵਿੱਚ ਆਪਾਂ ਸਰੀਰ ਨਹੀਂ ਹਾਂ। ਇਹ ਜਦੋਂ ਪੰਜੇ ਕੋਸ਼ ਆ ਜਾਂਦੇ ਨੇ ਉਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇਹ ਵੱਡੇ ਪਹਾੜ ਨੇ ਕਿ ਆਪਾਂ ਸੋਚਦੇ ਮੈਂ ਸਰੀਰ ਹਾਂ, ਕਦੇ ਸੋਚਦੇ ਮੈਂ ਬੁੱਧੀ ਹਾਂ, ਕਦੇ ਸੋਚਦੇ ਮੈਂ ਮਨ ਹਾਂ, ਕਦੇ ਸੋਚਦੇ ਮੈਂ ਕਰਮ ਇੰਦਰੀ ਹਾਂ, ਕਦੇ ਆਪਾਂ ਸੋਚਦੇ ਮੈਂ ਗਿਆਨ ਇੰਦਰੀ ਹਾਂ, ਕਾਰਨ ਦੇਹੀ ਹਾਂ, ਸੂਖਮ ਸਰੀਰ ਹਾਂ। ਨਹੀਂ, ਮਹਾਰਾਜ ਕਹਿੰਦੇ ਨੇ ਜਦੋਂ ਨਾਮ ਜਪਦੇ ਹਾਂ, ਗੁਰੂ ਦੇ ਉਪਦੇਸ਼ ਦੁਆਰਾ ਸਾਨੂੰ ਪਤਾ ਚੱਲਦਾ ਕਿ ਵਾਸਤਵ ਦੇ ਵਿੱਚ ਮੈਂ ਸਰੀਰ ਨਹੀਂ ਹਾਂ। ਇਹੋ ਜਿਹੇ ਸਰੀਰ ਤਾਂ ਸਾਨੂੰ ਕਈ ਵਾਰੀ ਮਿਲੇ ਨੇ ਤੇ ਕਈ ਵਾਰੀ ਛੱਡੇ ਨੇ ਤੇ ਕਈ ਜੂਨਾਂ 'ਚ ਗਏ ਆ ਤੇ ਕਈ ਜੂਨਾਂ 'ਚੋਂ ਆਏ ਆ। ਆਤਮਾ ਤਾਂ ਇੱਕ ਰਸ ਰਹਿਣ ਵਾਲੀ ਆ ਨਾ, ਜੀਵ ਆਤਮਾ। ਬਾਰ-ਬਾਰ ਇਹਨੂੰ ਜਨਮ ਮਿਲਦੇ ਰਹਿੰਦੇ ਨੇ। ਜੇ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਪਹਿਲੇ ਸਰੂਪ 'ਚ ਕਹਿਤਾ ਕਿ 10ਵੇਂ ਸਰੂਪ ਜਾ ਕੇ ਬਖਸ਼ਾਂਗੇ। ਫਿਰ ਸ੍ਰੀ ਹਜ਼ੂਰ ਸਾਹਿਬ ਸ਼ਿਕਾਰ ਘਾਟ ਵਾਲੇ ਥਾਂ ਤੇ ਸ਼ਿਕਾਰ ਖੇਡਿਆ ਉਹਦਾ।
ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸਤਿਗੁਰੂ ਦੇ ਘਰ ਸਾਡਾ ਜਨਮ ਹੋਇਆ ਨਾ, ਭਾਵ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਦੋਂ ਗੁਰੂ ਵਾਲੇ ਬਣ ਕੇ ਉਹ ਉਪਦੇਸ਼ ਤੇ ਉਹਨੂੰ ਸੁਣ ਕੇ ਫਿਰ ਉਸ ਉਪਦੇਸ਼ ਉੱਤੇ ਚੱਲੇ, ਕਮਾਈ ਕੀਤੀ। ਸ਼ਬਦ ਦੁਆਰਾ ਹੀ ਜੀਵ ਨੂੰ ਪਤਾ ਲੱਗਦਾ ਕਿ ਮੈਂ ਸਰੀਰ ਨਹੀਂ, ਮੈਂ ਸਰੀਰ ਤੋਂ ਵੱਖਰਾ ਹਾਂ। ਹੁਣ ਇਹ ਰੂਹਾਨੀ ਚੀਜ਼ਾਂ ਨੇ। ਜਦੋਂ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ, ਉਹ ਜਲਾਦ ਦੇਖੇ ਮੁਖ ਵੱਲ, ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਜਲਾਦਾ ਤੂੰ ਕੀ ਵੇਖਦਾ ਮੇਰੇ ਮੂੰਹ ਵੱਲ? ਬਾਰ-ਬਾਰ ਕਹਿੰਦੇ, ਭਾਈ ਸਾਹਿਬ ਮੈਂ ਬੰਦ ਕੱਟ ਰਿਹਾ, ਤੁਸੀਂ ਸੀ ਤੱਕ ਨਹੀਂ ਕਰਦੇ, ਮੱਥੇ ਤੇ ਤਿਉੜੀ ਨਹੀਂ ਪਾਉਂਦੇ। ਉਦੋਂ ਭਾਈ ਸਾਹਿਬ ਕਹਿਣ ਲੱਗੇ, ਮੈਂ ਸਰੀਰ ਨਹੀਂ ਹਾਂ। ਸੰਸਾਰੀ ਬੰਦਾ ਕਹਿੰਦਾ ਕਿ ਮੈਂ ਸਰੀਰ ਹਾਂ, ਪਰ ਇਹ ਭਗਤੀ ਕਰਕੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਆਪਾਂ ਸਰੀਰ ਨਹੀਂ। ਇਹ ਸਰੀਰ ਤਾਂ ਸਿਰਫ ਕਰਮ ਕਰਨ ਨੂੰ ਇੱਕ ਦੇਹੀ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਮਨੁੱਖਾ ਜਨਮ ਬੜਾ ਸੁੰਦਰ ਪ੍ਰਾਪਤ ਹੋਇਆ। ਭਗਤ ਕਬੀਰ ਜੀ ਨੇ ਇੱਕ ਸਾਧੂ ਨੂੰ ਰੋਜ਼ ਕਹਿਣਾ, ਉਹ ਖੀਰ ਕੜਾਹ ਖਾਈ ਜਾਂਦਾ ਬੈਠਾ, ਲੋਕਾਂ ਦਾ ਮਾਲ ਕੜਾਹ ਪੂੜੀਆਂ ਖਾ ਕੇ ਬੈਠਾ ਇੱਥੇ ਫੁੱਲਦਾ ਰਹਿਣਾ, ਕੋਈ ਕੰਮ ਕਰਿਆ ਕਰ, ਰਾਮ ਨਾਮ ਦਾ ਸਿਮਰਨ ਕਰਿਆ ਕਰ। ਨਹੀਂ ਸਮਝਦਾ। ਸ਼ਬਦ ਵੀ ਉਚਾਰਿਆ, ਕਹਿੰਦੇ ਚਾਰ ਪਾਵ ਦੋਏ ਸਿੰਘ, ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਕਹਿੰਦੇ ਜਦੋਂ ਚਾਰ ਪੈਰ ਲੱਗ ਗਏ ਤੇਰੇ, ਦੋ ਸਿੰਘ ਸਿਰ ਤੇ ਹੋਏ, ਭਾਵ ਜਦੋਂ ਤੈਨੂੰ ਬਲਦ ਦੀ ਜੂਨੀ ਚ ਪੈਣਾ ਪਿਆ, ਫਿਰ ਕਿਵੇਂ ਗੁਣ ਗਾਵੇਂਗਾ। ਗੁੰਗ ਮੁਖ, ਹੁਣ ਤਾਂ ਆਪਾਂ ਜ਼ਬਾਨ ਦੇ ਨਾਲ ਬੋਲਦੇ ਹਾਂ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਤਾਤਪਰਜ ਦਾ ਬਚਨ ਜ਼ਬਾਨ ਕਹਿੰਦੀ ਹੈ, ਕੰਨ ਸੁਣਦੇ ਨੇ। ਮਨੁੱਖਾ ਦੇਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਸ਼੍ਰੋਮਣੀ। ਇਸ ਨਾਲੋਂ ਸ਼੍ਰੋਮਣੀ ਕੋਈ ਚੀਜ਼ ਨਹੀਂ ਹੈ ਸੰਸਾਰ 'ਚ। 84 ਲੱਖ ਜੂਨ ਤੋਂ ਸਭ ਤੋਂ ਸ਼੍ਰੋਮਣੀ ਮਨੁੱਖਾ ਜਨਮ ਹੈ। ਪਰਮਾਤਮਾ ਦੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬਹਿਣ ਤੱਕ ਆਪਾਂ ਨੂੰ ਮੌਕਾ ਮਿਲਦਾ ਬਾਣੀ ਪੜ੍ਹਨ ਦਾ। ਕਿਸੇ ਵੀ ਹੋਰ ਜੂਨੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣ ਦਾ ਮੌਕਾ ਨਹੀਂ ਮਿਲਦਾ। ਕਿਸੇ ਜੂਨੀ ਨੂੰ ਨਹੀਂ ਕਿਹਾ ਕਥਾ ਸੁਣ, ਕੀਰਤਨ ਸੁਣ, ਮਨੁੱਖ ਨੂੰ ਹੀ ਕਿਹਾ ਹੈ। ਤੋ ਇਸ ਤਰ੍ਹਾਂ ਆਵਾਗਮਨ ਮਿਟਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸਤਿਗੁਰੂ ਦੇ ਘਰੇ ਜਨਮ ਲੈ ਲਵੇ ਕੋਈ, ਮਾਤਾ ਸਾਹਿਬ ਕੌਰ ਦਾ ਪੁੱਤਰ ਬਣ ਜਾਵੇ, 10ਵੇਂ ਪਾਤਸ਼ਾਹ ਦਾ ਪੁੱਤਰ ਬਣ ਜਾਵੇ, ਉਹ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ। ਕੋਈ ਮਖੌਲ ਨਹੀਂਗਾ ਅੰਮ੍ਰਿਤ, ਕੋਈ ਮਖੌਲ ਨਹੀਂ ਕਕਾਰ, ਕੋਈ ਮਖੌਲ ਨਹੀਂ ਪੰਜ ਬਾਣੀਆਂ। ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ। ਜਿਵੇਂ ਹੁਣ ਡਾਕਟਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਬੰਦਾ ਥੱਲੇ ਬਹਿ ਕੇ ਚੌਂਕੜਾ ਮਾਰ ਕੇ ਪ੍ਰਸ਼ਾਦਾ ਛਕਦਾ ਹੈ, ਉਹ ਸਹੀ ਤਰੀਕਾ ਦੱਸਿਆ ਉਹਨਾਂ ਨੇ, ਨਾ ਕਿ ਮੇਜ਼ ਤੇ ਬਹਿ ਕੇ ਖਾਣ ਦਾ ਸਹੀ ਤਰੀਕਾ। ਹੁਣ ਡਾਕਟਰ ਇਹ ਕਹਿਣ ਲੱਗ ਪਏ। ਤਾਂ ਕਹਿਣ ਤੋਂ ਭਾਵ ਤੁਸੀਂ ਕਹਿੰਦੇ ਹੋ ਸਾਇੰਸ ਨੇ ਤਰੱਕੀ ਕਰ ਲਈ, ਸਾਇੰਸ ਮੁੜ ਕੇ ਉੱਥੇ ਹੀ ਗੁਰੂ ਨਾਨਕ ਸਾਹਿਬ ਦੇ ਡੇਰੇ ਤੇ ਪਹੁੰਚ ਜਾਵੇਗੀ, ਅਸਥਾਨ ਤੇ ਪਹੁੰਚ ਜਾਵੇ, ਗੁਰੂ ਘਰ 'ਚ ਪਹੁੰਚ ਜਾਵੇਗੀ, ਜਿੱਥੋਂ ਸਾਰੇ ਲੋਕ ਭਜਦੇ ਨੇ ਨਾ। ਇੱਥੇ ਨੂੰ ਹੀ ਮੁੜ ਕੇ ਆਉਣਾ ਪੈਣਾ। ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ, ਅਨਹਤ ਰਾਤੇ ਇਹੋ ਮਨ ਲਾਇਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਆਵਾਗਾਉਣ ਮਿਟਦਾ। ਅਨਹਦ ਸ਼ਬਦ ਜੋ 10ਵੇਂ ਦੁਆਰ ਅਥਵਾ ਤੁਰਿਆ ਪਦ ਨੂੰ ਲਿਖਾਉਣ ਵਾਲਾ ਨਾ, ਉਸ ਵਿੱਚ ਆਪਣਾ ਇਹ ਮਨ ਲਾਇਆ ਹੈ, ਭਾਵ ਜੋੜਿਆ ਹੈ, ਭਾਵ ਇੱਕ ਮਿਕ ਕੀਤਾ ਹੈ। ਕਈਆਂ ਦਾ ਤਾਂ ਵਿਚਾਰ ਇਹ ਵੀ ਹੈ ਕਿ 10ਵੇਂ ਦੁਆਰ ਨਾਂ ਦੀ ਕੋਈ ਚੀਜ਼ ਨਹੀਂ। ਉਹ ਗੁਰਮੁਖੋ ਪਿਆਰਿਓ ਸੱਜਣੋ, ਮੈਂ ਕਿਵੇਂ ਕਹਿ ਦਿਆਂ ਕਿ ਇਹ ਨਾਮ ਦੀ ਕੋਈ ਚੀਜ਼ ਨਹੀਂ, ਜਾਂ ਉੱਥੇ ਤੱਕ ਸਾਡੀ ਅਵਸਥਾ ਨਹੀਂ ਪਹੁੰਚਦੀ। ਆਓ ਮੈਂ ਤੁਹਾਨੂੰ ਸੈਂਕੜੇ ਸਿੰਘ ਦਿਖਾਉਣਾ, ਬੜੇ ਮਹਾਂਪੁਰਖਾਂ ਦੇ ਮੈਂ ਨਾਲ ਰਿਹਾ। ਹੁਣ ਵੀ 10ਵੇਂ ਦੁਆਰ ਸਿੰਘਾਂ ਦੇ ਹੁਣ ਵੀ ਖੁੱਲ੍ਹਦੇ ਨੇ। ਗੁਰਬਾਣੀ ਦੇ ਨਾਲ ਸੁਣਿਆ ਜੋਗ ਜੁਗਤ ਤਨ ਭੇਦ। ਉਹ ਕੋਈ ਕਹਿਣ ਲੱਗਿਆ ਆਹ ਪੰਕਤੀ ਸੁਣਿਆ ਜੋ ਇਹਦੀ ਜੋਗੀਆਂ ਲਈ ਆ, ਆਹ ਫਲਾਨੀ ਇਹ ਵੀ ਜੋਗੀਆਂ ਲਈ ਆ, ਇਹ ਪੰਕਤੀ ਇਹ ਵੀ ਜੋਗੀਆਂ ਲਈ। ਉਹ ਕਹਿੰਦੇ ਫਿਰ ਗੁਰਬਾਣੀ ਇਹਦਾ ਮਤਲਬ ਗੁਰਸਿੱਖਾਂ ਲਈ ਨਹੀਂ, ਜੋਗੀਆਂ ਲਈ ਹੈ। ਜਦੋਂ ਤੱਕ ਅਸੀਂ ਉਸ ਰੂਹਾਨੀ ਰਸਤੇ ਉੱਤੇ ਚੱਲਦੇ ਨਹੀਂ, ਭਗਤੀ ਨਹੀਂ ਕਰਦੇ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਬੈਖਰੀ ਬਾਣੀ ਮੱਧਮਾ ਪਸੰਤੀ ਪਰਾ ਰੋਮ ਰੋਮ ਜਾਪ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਵੀ ਬਣਦੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਲਈ ਸਾਨੂੰ ਗੁਰਮਤਿ ਦੇ ਮਾਰਗ ਤੇ ਚੱਲਦਿਆਂ ਕੀ ਕਰਨਾ ਚਾਹੀਦਾ ਹੈ। ਮਨਸਾ ਆਸਾ ਸ਼ਬਦ ਜਲਾਈ। ਸਤਿਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਆਸਾ ਤੇ ਮਨਸਾ ਸਭ ਸਾੜ ਦਿੱਤੀਆਂ ਨੇ। ਮੇਰੀ ਮਨਸਾ ਵੀ ਗੁਰੂ ਹੈ, ਮੇਰੀ ਆਸਾ ਵੀ ਗੁਰੂ ਹੈ, ਮੈਨੂੰ ਫਿਕਰ ਹੀ ਨਹੀਂ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ,
ਤੁਧ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਤੋੜ ਨਾ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰੂ ਗੋਵਿੰਦਾ। ਸਭੇ ਕਾਸ ਸਵਾਰਿਆ, ਜਾ ਤੁਧ ਪਾਵੰਦਾ। ਉਹ ਮੈਂ ਕਿਉਂ ਚਿੰਤਾ ਕਰਾਂ? ਚਿੰਤਾ ਤੁਹਾਨੂੰ ਹੈ ਕਿ ਮੈਨੂੰ ਹੈ? ਚਿੰਤਾ ਤੁਸੀਂ ਕਰਨੀ ਹੈ ਮੇਰੀ, ਮੈਂ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਮੈਂ ਰਹਿਤ ਮਰਿਆਦਾ ਰੱਖਣੀ ਹੈ। ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੁਆਰਾ ਪਰਮਾਤਮਾ ਦੀ ਨਿਰੰਤਰ ਜੋਤ ਪ੍ਰਾਪਤ ਕੀਤੀ ਹੈ। ਇੱਕ ਰਸ ਜੋਤ, ਤ੍ਰੈ ਗੁਣ ਮੇਟੇ ਖਾਈਐ ਸਾਰ। ਤਿੰਨਾਂ ਗੁਣਾਂ ਤੋਂ ਭਾਵ ਰਜੋ ਤਮੋ ਸਤੋ ਨੂੰ ਦੂਰ ਕਰਕੇ, ਭਾਵ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਲੋਹੇ ਰੂਪੀ ਕਰੜੇ ਜਗਤ ਨੂੰ ਖਾਧਾ ਤੋਂ ਭਾਵ ਜਿੱਤਿਆ। ਇਹ ਕਰੜਾ ਜਗਤ ਜਿੱਤਣਾ ਤਿੰਨਾਂ ਗੁਣਾਂ ਤੋਂ ਪਰੇ ਹੋ ਕੇ। ਤਮੋ ਗੁਣ, ਬਹੁਤੇ ਸੁੱਤੇ ਰਹਿਣਾ, ਬਹੁਤੇ ਖਾਣਾ, ਬਹੁਤੇ ਗੁੱਸੇ 'ਚ ਆ ਜਾਣਾ, ਬਹੁਤੀਆਂ ਦਲਿੱਦਰ ਪਿਆ ਰਹਿਣਾ, ਨਹਾਉਣਾ ਨਾ, ਮੈਲੇ ਕੱਪੜੇ ਪਏ। ਤਮੋ ਗੁਣੀ ਬੰਦਿਆਂ ਦੀ ਨਿਸ਼ਾਨੀ। ਰਜੋ ਗੁਣੀ ਬਾਹਰੋਂ ਚਿੱਟੇ ਅੰਦਰੋਂ ਮੈਲੇ, ਰਾਜਸੀ ਲੋਕ। ਸਤੋ ਗੁਣੀ ਉਹ ਜਿਹੜੇ ਅੰਦਰੋਂ ਵੀ ਠੀਕ ਨੇ ਬਾਹਰੋਂ ਵੀ, ਪਰ ਭਗਤੀ ਨਾ ਕਰਨੀ। ਇਹ ਤਿੰਨ ਗੁਣ ਮਾਇਆ ਦੇ ਨੇ। ਇਹਨਾਂ ਤਿੰਨਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਜਾ ਕੇ ਜਿੱਤਣਾ ਹੈ। ਨਾਨਕ ਤਾਰੇ ਤਾਰਨਹਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਕਿ ਤਾਰਨਹਾਰ ਵਾਹਿਗੁਰੂ ਆਪ ਹੀ ਆਪਣੇ ਸਿੱਖ ਨੂੰ ਸੰਸਾਰ ਸਾਗਰ ਤੋਂ ਫਿਰ ਤਾਰ ਦਿੰਦਾ ਜਦੋਂ ਸਿੱਖ ਫਿਰ ਉਸ ਰਸਤੇ ਉੱਤੇ ਚੱਲਦਾ ਹੈ। ਕਿਉਂਕਿ ਅਧਿਆਤਮਿਕ ਖੇਤਰ ਵਿੱਚ ਜੋਗੀਆਂ ਦੇ ਪ੍ਰਸ਼ਨ ਵਡਮੁੱਲੇ ਹਨ ਅਤੇ ਸਤਿਗੁਰੂ ਬਾਬਾ ਜੀ ਵੱਲੋਂ ਦਿੱਤੇ ਇਲਾਹੀ ਉੱਤਰ ਜਗਿਆਸੂਆਂ ਲਈ ਚਾਨਣ ਮੁਨਾਰਾ ਸਮਾਨ ਨੇ। ਜਨਮ ਵਟਾਉਣ ਤੋਂ ਭਾਵ ਜੀਵਨ ਵਿੱਚ ਪਰਿਵਰਤਨ ਦਾ ਹੈ। ਹਰ ਮਨੁੱਖ ਜੋ ਆਵਾਗਮਨ ਵਿੱਚ ਫਸਿਆ ਹੋਇਆ ਦੁਖੀ ਹੈ, ਛੁਟਕਾਰਾ ਚਾਹੁੰਦਾ ਹੈ, ਮੁਕਤੀ ਚਾਹੁੰਦਾ ਹੈ। ਧੰਨ ਗੁਰੂ ਨਾਨਕ ਜੀ ਉੱਤਰ ਦਿੰਦੇ ਨੇ ਕਿ ਸਤਿਗੁਰੂ ਦੇ ਘਰ ਜਨਮ ਲੈਣ ਨਾਲ ਭਾਵ ਸਤਿਗੁਰੂ ਦੀ ਸ਼ਰਨ ਪੈਣ ਨਾਲ ਆਸਾ ਤ੍ਰਿਸ਼ਨਾ ਰਜੋ ਤਮੋ ਸਤੋ ਸਭ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਜਦੋਂ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਇਹ ਜਗਤ ਜੋ ਲੋਹੇ ਵਾਂਗੂ ਕਰੜਾ ਨਜ਼ਰ ਆਉਂਦਾ, ਗੁਰਮੁਖ ਬਣ ਕੇ ਉਸ ਨੂੰ ਜਿੱਤ ਲਈਦਾ। ਇਸ ਨੂੰ ਹੀ ਸਤਿਗੁਰੂ ਨੇ ਬਚਨ ਕੀਤਾ ਨਾ ਕਿ ਮਾਨ ਜੀਤੈ ਜਾਗੋ ਜੀਤ, ਅਤੇ ਮਨਮੁਖ ਹਾਰ ਗੁਰਮੁਖ ਸਦ ਜੀਤ ਆਖਿਆ ਬਚਨ ਮਹਾਰਾਜ ਨੇ। ਪਰ ਇਹ ਸਾਰੀ ਕਿਰਪਾ ਤਾਰਨਹਾਰ ਗੁਰੂ ਪਰਮੇਸ਼ਰ ਦੀ ਹੈ, ਜੋ ਸ਼ਰਨ ਪੈਣ ਵਾਲਿਆਂ ਨੂੰ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ। ਸੋ ਸਤਿਗੁਰੂ ਮਹਾਰਾਜ ਨੇ 20ਵੀਂ ਪੌੜੀ ਦੇ ਵਿੱਚ ਵੀ ਤੱਤਾਂ ਤੋਂ ਪ੍ਰਤੀਤ ਹੁੰਦਾ ਕਿ ਗੁਰਮੁਖ ਦੀ ਜਿਹੜੀ ਸ਼ਖਸੀਅਤ ਸ਼ਬਦ ਦੀ ਕਮਾਈ ਨਾਲ ਹੀ ਬਣਦੀ ਹੈ। ਅਨਹਦ ਸ਼ਬਦ ਦਾ ਵੱਜਣਾ ਆਤਮਿਕ ਖੇਡ ਦਾ ਪ੍ਰਤੀਕ ਹੈ। ਸ਼ਬਦ ਦੀ ਕਮਾਈ ਤੋਂ ਬਿਨਾਂ ਫੋਕੀਆਂ ਗੱਲਾਂ ਮਾਰਨ ਨਾਲ ਕੁਝ ਨਹੀਂ ਬਣਦਾ। ਅਨਹਦ ਬਾਣੀ ਦਾ ਪ੍ਰਕਾਸ਼ ਉਦੋਂ ਹੀ ਹੁੰਦਾ ਜਦੋਂ ਹਉਮੈ ਮੁੱਕ ਜਾਂਦੀ ਹੈ। ਸੰਸਾਰ ਵਿੱਚ ਜਨਮ ਲੈਣ ਵਾਲਿਆਂ ਦੀ ਗਿਣਤੀ ਦਾ ਕੋਈ ਸਹੀ ਅਨੁਮਾਨ ਨਹੀਂ ਲਾ ਸਕਦਾ, ਪਰ ਇਤਨੀ ਵੱਡੀ ਗਿਣਤੀ 'ਚੋਂ ਕੋਈ ਵਿਰਲਾ ਹੀ ਸਤਿਗੁਰੂ ਦੇ ਘਰ ਜਨਮ ਲੈਂਦਾ ਅਤੇ ਸਤਿਗੁਰੂ ਨੂੰ ਹੀ ਆਪਣਾ ਮਾਤਾ ਪਿਤਾ ਸਮਝਦਾ। ਕੇਵਲ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭੌਕੇ ਇਹ ਕਾੜਾ ਜੀਓ। ਪੜ੍ਹਨ ਨਾਲ ਨਿਬੇੜਾ ਨਹੀਂ ਹੁੰਦਾ। ਸਹੀ ਅਰਥਾਂ ਵਿੱਚ ਮਾਤਾ ਪਿਤਾ ਮੰਨਣਾ ਤੇ ਸਤਿਗੁਰੂ ਦੀ ਆਗਿਆ ਵਿੱਚ ਚੱਲਣਾ ਹੀ ਇੱਕ ਵਿਸ਼ੇਸ਼ ਅਮਲ ਹੈ। ਇਹ ਅਮਲ ਲਾਲਾ ਗੋਲਾ ਬਣ ਕੇ ਗੁਰੂ ਕੀ ਕਾਰ ਕਰਨ ਵਾਲਾ ਹੁੰਦਾ ਹੈ। ਜਦੋਂ ਗੁਰੂ ਦੀ ਕਾਰ ਕਰਨ ਲੱਗ ਜਾਂਦਾ, ਸਤਿਗੁਰੂ ਕਹਿੰਦੇ ਗੁਰੂ ਆਪੇ ਹੀ ਤਾਰ ਦਿੰਦਾ ਮਨੁੱਖ ਨੂੰ। ਜਿਹੜਾ ਮਨੁੱਖ ਸਤਿਗੁਰੂ ਦੀ ਆਗਿਆ ਵਿੱਚ ਚੱਲ ਪੈਂਦਾ ਔਰ ਇਹ ਨਹੀਂ ਦੇਖਦਾ ਕਿ ਇਸ ਕੰਮ ਵਿੱਚ ਮੈਨੂੰ ਘਾਟਾ ਪੈ ਰਿਹਾ ਹੈ, ਇੱਥੇ ਤਾਂ ਜੀ ਮਾਇਆ ਦਾ ਘਾਟਾ ਪੈ ਰਿਹਾ, ਨਹੀਂ। ਸਿਰਫ ਇੱਕੋ ਗੱਲ ਰੱਖਣੀ ਕਿ ਮੈਂ ਸਤਿਗੁਰੂ ਦੀ ਕਹੀ ਹੋਈ ਆਗਿਆ ਦਾ ਪਾਲਣ ਕਰਕੇ ਚੱਲਣਾ ਹੈ, ਤਾਂ ਜੀਵ ਦਾ ਭਲਾ ਹੋਣਾ ਹੈ। ਉਹਦੇ ਵਿੱਚ ਪਹਿਲਾਂ ਭਾਵੇਂ ਘਾਟਾ ਪਵੇਗਾ, ਪਰ ਹੌਲੀ ਹੌਲੀ ਇਤਨਾ ਕੁਝ ਮਿਲ ਜਾਵੇਗਾ ਕਿ ਜਿਹੜਾ ਸਾਤੋਂ ਸੰਭਾਲਿਆ ਵੀ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਆਓ ਗੁਰੂ ਵਾਲੇ ਬਣ ਕੇ ਗੁਰੂ ਕੀ ਹਰ ਆਗਿਆ ਦਾ ਪਾਲਣ ਕਰਦੇ ਹੋਏ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ।